ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। पूरा प्रभ आराध्या पूरा जाका नाओ। नानक पूरा पाया पूरे के गुण गाओ। बेसुमार अथाह अगणित अतुल्य ज्यों बुलाव हो त्यों नानक दास बोले। परम सत्कारयोग चवद तखत छत्र दे मालिक वली कुल आलम पैगंबर कायनात सृष्टि ए रहबर जुग हो जुग अटल धन 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 साहिब श्री गुरु ग्रंथ साहिब जी महाराज। सच्चे पातशाह जियां दे पावन पवित्र हजूर चरना कमला पास जुड़ बैठे गुरु रूप प्यारी साध संगत जी, आओ भाई बड़े प्यार दे नाल गुरुदेव पातशाह जियां नूं अदब सहित सीस निवाउंदे होए फतेह दी सांझ पाइए। आखो जी वाहिगुरु जी का खालसा वाहिगुरु जी की फतेह। सतगुर बंदी छोड़ है जीवन मुक्त करे ओडीना। बंदी छोड़ दाता धन 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 साहिब श्री गुरु हरगोबिंद साहिब जी, जिन्हां दा पावन इतिहास आपां पिछले कुछ दिनां तो लड़ीवार श्रवण करते आ रहे हाँ। श्री गुरु हरगोबिंद साहिब जी महाराज ग्वालियर दे किले विच पहुंचे ने। नजूमीए द्वारा चंदू ने बादशाह नूं फरमाया है भी तेरे ते साड़ सती आई है। ਇਹਦਾ ਉਪਾਅ ਇੱਕੋ ਹੀ ਹੈ, ਕੋਈ ਸੋਢੀ ਕੁਲ ਦਾ ਖੱਤਰੀ ਭਗਤੀ ਬੰਦਗੀ ਵਾਲਾ ਹੋਵੇ ਔਰ ਤੇਰੇ ਲਈ ਇਕਾਂਤ ਵਿੱਚ ਬਹਿ ਕੇ ਜਾਪ ਕਰੇ। ਗਵਾਲੀਅਰ ਤੋਂ ਚੰਗੀ ਇਕਾਂਤ ਕੋਈ ਨਹੀਂ ਹੈ। ਨਹੀਂ ਤੇ ਫਿਰ ਉਪਾਅ ਨਾ ਹੋਇਆ ਤੇ ਮੌਤ ਬਹੁਤੀ ਦੂਰ ਨਹੀਂ ਹੈ। ਸਾੜ ਸਤੀ ਉਪਾਅ ਤੋਂ ਬਿਨਾਂ ਜਾਣੀ ਨਹੀਂ ਹੈ। उदास होया गुरु साहब जी दे कोल पहुंचया। महाराज जी ने उदासी का कारण पूछया। दीन होके बादशाह जहांगीर कहन लगा पातशाह साड़ सती आई है, ਇਹਦਾ हल तुहाडे हथ विच है। ग्वालियर दे किले विच मेरे भले दे लई एक चालीसा कट्टो, फिर ये साड़ सती टल सकती है। यही ਇਹਦਾ एक उपाय है। हसदे हुए गुरु हरगोबिंद साहब मीरी पीरी दे मालिक महाराज जी कहन लगे बादशाह जी साड़ सती ते आई है पर तुहाडे ते नहीं आई।
ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ, ਘਬਰਾਓ ਨਾ। ਜਿਹਦੇ ਤੇ ਸਾੜ ਸਤੀ ਆਈ ਹੈ ਉਹ ਲੱਖਾਂ ਉਪਾਅ ਕਰ ਲਵੇ, ਹੁਣ ਉਹਦੇ ਤੋਂ ਕੋਈ ਬਚਣ ਦਾ ਉਪਾਅ ਨਹੀਂ ਹੋਣਾ। ਭਾਵ ਚੰਦੂ ਤੇ ਸਾੜ ਸਤੀ ਆਈ ਹੈ। ਉਹਨਾਂ ਦੁਖੀ ਰਾਜਿਆਂ ਤੇ ਦਇਆ ਕਰਕੇ ਮਹਾਰਾਜ ਤੇ ਪਹਿਲੇ ਗਵਾਲੀਅਰ ਜਾਣ ਦੇ ਲਈ ਤਿਆਰ ਬੈਠੇ ਨੇ। ਉਹ ਤੇ ਅੰਮ੍ਰਿਤਸਰ ਤੋਂ ਚੱਲੇ ਹੀ ਭਲਾ ਕਰਨ ਦੇ ਲਈ ਨੇ। ਸਤਿਗੁਰੂ ਮੇਰਾ ਤੇ ਸਾਰਿਆਂ ਦਾ ਭਲਾ ਹੀ ਕਰਦਾ ਹੈ, ਵਰਨਾ ਕਿਹਦੀ ਜ਼ਰੂਰਤ ਹੈ ਕਿ ਕੋਈ ਮੀਰੀ ਪੀਰੀ ਦੇ ਮਾਲਕ ਨੂੰ ਨਜ਼ਰਬੰਦ ਕਰ ਦੇਵੇ। ਉਹ ਵੀ ਉਦੋਂ ਜਦੋਂ ਪਾਤਸ਼ਾਹ ਜੀ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਹੋਣ, ਵੱਡੇ ਤਖਤ ਤੇ ਬਿਰਾਜਮਾਨ ਹੋਣ। ਸੋ ਸਤਿਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਜਾਣ ਦੇ ਲਈ ਰਾਜੀ ਹੋਏ ਨਾ। ਕਹਿਣ ਲੱਗੇ, ਬਾਦਸ਼ਾਹ ਤੁਹਾਡਾ ਭਲਾ ਏਦਾਂ ਹੁੰਦਾ ਏ ਤੇ ਸਾਨੂੰ ਭਲਾ ਕੀ ਇਤਰਾਜ਼ ਹੈ। ਕਿਲੇ ਵਿੱਚ ਚਲੇ ਗਏ। ਮਹਾਰਾਜ ਜੀ ਦੀ ਮੌਜ ਸੀ ਤੇ ਚੰਦੂ ਚੰਦਰਾ ਇਸੇ ਵਹਿਮ ਚ ਹੀ ਰਿਹਾ ਕਿ ਸ਼ਾਇਦ ਜਿਵੇਂ ਜਿਵੇਂ ਮੈਂ ਕਰ ਰਿਹਾ ਵਾਂ ਉਵੇਂ ਹੋ ਰਿਹਾ ਏ। ਇਹ ਵੀ ਚਾਹੁੰਦਾ ਸੀ ਗਵਾਲੀਅਰ ਦੇ ਕਿਲੇ ਵਿੱਚ ਜਾਣ। ਉਥੋਂ ਦਾ ਜੇਲਰ, ਗਵਾਲੀਅਰ ਦਾ ਜਿਹੜਾ ਹਾਕਮ ਲਾਇਆ ਸੀ ਹਰਿਦਾਸ ਜੀ, ਉਹ ਤੇ ਪਹਿਲੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਦੀਵਾਨਾ ਸੀ। ਉਹਨੂੰ ਖਬਰ ਮਿਲੀ ਹੈ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਆ ਰਹੇ ਨੇ। ਉਹਦੇ ਤੇ ਭੋਏ ਪੈਰ ਨਹੀਂ ਸੀ ਲੱਗਦੇ, ਚਾਅ ਦਾ ਮਾਰਿਆ ਸਤਿਗੁਰੂ ਜੀ ਦੇ ਰੱਜ ਕੇ ਦੀਦਾਰ ਕੀਤੇ ਨਿਹਾਲ ਹੋਇਆ। ਜਿਹੜਾ ਆਪਾਂ ਵਾਰ-ਵਾਰ ਕਹਿ ਰਹੇ ਹਾਂ ਵੀ ਮਹਾਰਾਜ ਆਪਣੀ ਮੌਜ ਦੇ ਨਾਲ ਗਏ ਨੇ, ਉਹਦੀ ਇੱਕ ਵੱਡੀ ਵਜ੍ਹਾ ਸੀ ਉਥੋਂ ਦੇ 52 ਕੈਦੀ ਰਾਜੇ। ਸਿਰ ਵਿੱਚ ਉਹਨਾਂ ਦੇ ਜੂਆਂ ਪਈਆਂ, ਮੈਲੇ ਕੁਚੈਲੇ ਕੱਪੜੇ, ਕਈਆਂ ਦਾ ਜਿੰਨਾ ਕੁ ਤਨ ਨੰਗਾ ਸੀ ਬਦਨ ਢੱਕ ਲੈਣ, ਉਹਨਾਂ ਨੂੰ ਕੱਪੜਾ ਨਹੀਂ ਦਿੱਤਾ ਜਾਂਦਾ ਸੀ। ਹੱਡੀਆਂ ਦੀ ਮੁੱਠ ਹੋਏ ਪਏ ਸਨ। ਪ੍ਰਸ਼ਾਦਾ ਪਾਣੀ ਢੰਗ ਦਾ ਨਹੀਂ ਸੀ ਮਿਲਦਾ, 2 ਵਕਤ ਦਾ ਨਹੀਂ ਸੀ ਮਿਲਦਾ। ਜਿਉਂਦੇ ਜੀ ਨਰਕ ਭੋਗ ਰਹੇ ਸਨ। ਔਰ ਐਡੇ ਵੱਡੇ ਕਿਲੇ ਚੋਂ ਕੋਈ ਬਚ ਕੇ ਜਾਵੜੇ ਜਾਂ ਉਹਨਾਂ ਨੂੰ ਕੋਈ ਬਚਾ ਕੇ ਲੈ ਜਾਵੇ, ਇਹ ਉਹਨਾਂ ਨੂੰ ਕੋਈ ਆਸ ਨਹੀਂ ਸੀ। ਹੁਣ ਤੇ ਇੱਕ ਰੱਬ ਤੇ ਹੀ ਡੋਰਾਂ ਸਨ। ਸੋ ਪਰਮਾਤਮਾ ਨੇ ਬੌੜੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ। ਸੱਚੇ ਪਾਤਸ਼ਾਹ ਜੀ ਜਿਵੇਂ ਹੀ ਜੇਲ੍ਹ ਵਿੱਚ ਗਏ ਨੇ, ਇਹ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ, ਕਹਿੰਦੇ ਨੇ ਗੁਰੂ ਮਹਾਰਾਜ ਜੀਆਂ ਦੇ ਲਈ ਹਰ ਤਰ੍ਹਾਂ ਦੀ ਸਹੂਲਤ ਜਹਾਂਗੀਰ ਨੇ ਕਿਹਾ ਵੀ ਇਹਨਾਂ ਨੂੰ ਜੋ ਵੀ ਚਾਹੀਦਾ ਹੈ, ਖੁੱਲਾ ਰਸਦ ਪਾਣੀ ਸਭ ਕੁਝ, ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਵੇ। ਮਹਾਰਾਜ ਜੀ ਨੇ ਹਰਦਾਸ ਜੀ ਨੂੰ ਕਿਹਾ, ਸਾਡੀ ਖੁਸ਼ੀ ਇਹਦੇ ਵਿੱਚ ਹੈ ਇਹਨਾਂ ਰਾਜਿਆਂ ਨੂੰ ਵੀ ਢੰਗ ਦਾ ਪ੍ਰਸ਼ਾਦਾ ਮਿਲੇ, ਜਿਹਦੇ ਕੋਲੇ ਕੱਪੜੇ ਢੰਗ ਦੇ ਨੇ ਇਹਨਾਂ ਨੂੰ ਕੱਪੜੇ ਦਿੱਤੇ ਜਾਣ, ਦੋਵੇਂ ਟਾਈਮ ਸਤਸੰਗ ਹੋਵੇ, ਖੁੱਲਾ ਕੜਾਹ ਪ੍ਰਸ਼ਾਦ ਤਿਆਰ ਹੋਵੇ, ਸਾਰੇ ਰੱਜ ਰੱਜ ਕੇ ਛਕਣ ਤੇ 7 ਬਚਨ ਕਹਿ ਕੇ ਜਿੰਨੀ ਵੀ ਰਸਦ ਵੱਧ ਤੋਂ ਵੱਧ ਹਰਦਾਸ ਜੀ ਗੁਰੂ ਕੇ ਲੰਗਰਾਂ ਵਿੱਚ ਹਾਜ਼ਰ ਕਰਨ ਲੱਗ ਪਏ। ਇੱਥੇ ਕੁਝ ਕੁ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ, ਜਿਵੇਂ ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਵੀ ਗੁਰੂ ਮਹਾਰਾਜ ਜੀਆਂ ਨੇ ਉਥੋਂ ਦਾ ਜੇਲ੍ਹ ਦਾ ਉਸ ਕਿਲੇ ਦਾ ਪ੍ਰਸ਼ਾਦਾ ਨਹੀਂ ਸੀ ਛਕਿਆ। ਮਹਾਰਾਜ ਜੀਆਂ ਦੇ ਨਾਲ ਜਿਹੜੇ ਹੋਰ 5 ਸਿੱਖ ਗਏ ਸਨ, ਭਾਈ ਜੇਠਾ ਜੀ ਇਤਿਆਦਿਕ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਤੁਸੀਂ ਬਾਹਰ ਜਾ ਕੇ ਕਿਰਤ ਕਰਕੇ ਜੋ 10 ਦੀ ਕਿਰਤ ਕਮਾਈ ਲਿਆਓਗੇ, ਉਹਦੀ ਰਸਦ ਦੇ ਨਾਲ ਤਿਆਰ ਹੋਇਆ ਪ੍ਰਸ਼ਾਦਾ ਅਸੀਂ ਛਕਾਂਗੇ। ਜਹਾਂਗੀਰ ਬਾਦਸ਼ਾਹ ਦੇ ਖਜ਼ਾਨੇ ਦਾ ਕੁਝ ਵੀ ਸਤਿਗੁਰੂ ਜੀ ਨੇ ਸ਼ਗਨ ਤੋਂ ਇਨਕਾਰ ਕਰ ਦਿੱਤਾ ਸੀ। ਹਾਂ, ਉਹਨਾਂ ਰਾਜਿਆਂ ਦੇ ਲਈ ਮਹਾਰਾਜ ਜੀ ਨੇ ਜ਼ਰੂਰ ਕਿਹਾ ਸੀ, ਭਾਈ ਇਹਨਾਂ ਨੂੰ ਢੰਗ ਦਾ ਪ੍ਰਸ਼ਾਦਾ ਮਿਲੇ, ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿਓ, ਕਿਉਂ ਸਤਿਗੁਰੂ ਦਇਆਵਾਨ ਨੇ। ਮਹਾਰਾਜ ਜੀ ਦੇ ਆਉਣ ਨਾਲ ਦੋਵੇਂ ਟਾਈਮ ਸਤਸੰਗ ਹੋਣ ਲੱਗ ਪਿਆ, ਰੱਬੀ ਨੂਰ ਦੀ ਵਰਖਾ ਹੋਣ ਲੱਗ ਪਈ। ਮਾਨੋ ਉਹ ਜੇਲ੍ਹ ਹੀ ਨਹੀਂ ਰਹਿ ਗਈ। ਉਹਨਾਂ 52 ਰਾਜਿਆਂ ਨੂੰ ਵੀ ਏਦਾਂ ਮਹਿਸੂਸ ਹੁੰਦਾ ਹੈ ਅਸੀਂ ਕਿਸੇ ਵੱਖਰੇ ਸੱਚਖੰਡ ਵਿੱਚ ਆ ਗਏ ਹਾਂ, ਅਸੀਂ ਕਿਸੇ ਵੱਖਰੇ ਸਵਰਗ ਵਿੱਚ ਆ ਗਏ ਹਾਂ।
ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਦਾ ਰੂਪ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਜਿੱਥੇ ਮੇਰੇ ਪਾਤਸ਼ਾਹ ਪਹੁੰਚ ਗਏ, ਜਿੱਥੇ ਸਤਿਗੁਰੂ ਜੀ ਜਾ ਕੇ ਸੱਜ ਗਏ, ਉਹ ਤੇ ਸਥਾਨ ਵੱਡਾ ਹੋ ਗਿਆ, ਪਵਿੱਤਰ ਹੋ ਗਿਆ। ਸੋ ਇਸ ਤਰ੍ਹਾਂ ਇਧਰ ਦੁਸ਼ਟ ਚੰਦੂ ਦੀ ਜੋ ਨੀਤੀ ਸੀ ਕਿ ਗੁਰੂ ਮਹਾਰਾਜ ਜੀਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ, ਜਿਵੇਂ ਇਸ ਦੁਸ਼ਟ ਨੇ ਸੋਚਿਆ ਸੀ। ਕਹਿੰਦੇ ਨੇ ਇਹਨੇ ਹਰਿਦਾਸ ਜੀ ਨੂੰ ਇੱਕ ਚਿੱਠੀ ਭੇਜੀ ਹੈ, ਜਿਵੇਂ ਪਹਿਲਾਂ ਨਜੂਮੀਆਂ ਨੂੰ ਰਿਸ਼ਵਤ ਦਿੱਤੀ ਸੀ, ਕੁਝ ਰਕਮ ਰਿਸ਼ਵਤ ਦੇ ਤੌਰ ਤੇ ਭੇਜੀ ਹੈ। ਚਿੱਠੀ ਵਿੱਚ ਇਹ ਲਿਖਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੇਲ੍ਹ ਵਿੱਚ ਆਉਣਾ, ਇਹਦੇ ਪਿੱਛੇ ਸਾਰੀ ਮੇਰੀ ਮਿਹਨਤ ਹੈ। ਮੈਂ ਬੜੀ ਮਿਹਨਤ ਦੇ ਨਾਲ, ਬੜੇ ਤੌਰ ਤਰੀਕਿਆਂ ਦੇ ਨਾਲ ਤੇ ਆਪਣੀ ਦੌਲਤ ਲੁਟਾ ਕੇ ਇਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੈ। ਵੀ ਕਈਆਂ ਨੂੰ ਰਿਸ਼ਵਤ ਦਿੱਤੀ ਸੀ ਚੰਦੂ ਨੇ, ਤੁਹਾਡੀ ਬਣਦੀ ਰਕਮ ਵੀ ਮੈਂ ਭੇਜ ਰਿਹਾ ਵਾਂ, ਤੁਹਾਡਾ ਮਾਨ ਤਾਨ ਭੇਜ ਰਿਹਾ ਵਾਂ, ਇਹਨਾਂ ਨੂੰ ਜਿਵੇਂ ਕਿਵੇਂ ਵੀ ਜਿਉਂਦੇ ਜੀ ਹੁਣ ਇਥੋਂ ਬਾਹਰ ਨਹੀਂ ਆਉਣ ਦੇਣਾ। ਹੁਣ ਚੰਦੂ ਚੰਦਰੇ ਨੂੰ ਕੀ ਪਤਾ ਸੀ ਕਿ ਜਿਸ ਜੇਲਰ ਨੂੰ ਉਹ ਖਰੀਦਣਾ ਚਾਹੁੰਦਾ ਹੈ, ਉਹ ਤੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਚੀ ਬੈਠਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਉਹ ਤੇ ਮਹਾਰਾਜ ਦੇ ਹੁਕਮ ਵਿੱਚ ਹੈ। ਖੈਰ ਕੁਝ ਵਿਦਵਾਨਾਂ ਨੇ ਜਿਵੇਂ ਰਾਏ ਦਿੱਤੀ ਹੈ, ਜੋ ਆਪਾਂ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਨਾਲ ਨਾਲ ਵਾਚਦੇ ਆ ਰਹੇ ਸਾਂ, ਉਹਨਾਂ ਦਾ ਵੀ ਕਹਿਣਾ ਹੈ ਕਿ ਚੰਦੂ ਨੇ ਇਹ ਨਾਲ ਸਲਾਹ ਵੀ ਭੇਜੀ ਸੀ ਵੀ ਮੈਂ ਦੱਸ ਵੀ ਦਿਨਾਂ ਵੀ ਕਰਨਾ ਕੀ ਹੈ। ਜਿਵੇਂ ਨਜੂਮੀਆਂ ਨੂੰ ਸਾਰਾ ਦੱਸਤਾ ਸੀ ਨਾ ਵੀ ਤੂੰ ਕਿਹੜੀ ਚਾਲ ਚੱਲਣੀ ਹੈ। ਉਹਨੇ ਹਰਦਾਸ ਜੀ ਨੂੰ ਜੇਲ੍ਹ ਦੇ ਵਿੱਚ, ਗਵਾਲੀਅਰ ਦੇ ਵਿੱਚ ਇਹ ਚਿੱਠੀ ਦੇ ਵਿੱਚ ਭੇਜਿਆ ਸੀ ਕਿ ਬਹੁਤ ਜ਼ਿਆਦਾ ਜ਼ਹਿਰੀਲਾ ਜ਼ਹਿਰ ਸਤਿਗੁਰੂ ਮਹਾਰਾਜ ਜੀਆਂ ਨੂੰ ਅਸੀਂ ਆਪਣੇ ਢੰਗ ਤਰੀਕੇ ਦੇ ਨਾਲ ਇਹਨਾਂ ਦੇ ਨਵੇਂ ਵਸਤਰ ਭੇਟਾ ਕਰਾਂਗੇ ਬਾਦਸ਼ਾਹ ਵੱਲੋਂ, ਵੀ ਬਾਦਸ਼ਾਹ ਨੇ ਤੁਹਾਡੇ ਲਈ ਪੋਸ਼ਾਕ ਭੇਜੀ ਹੈ। ਉਹ ਜ਼ਿੰਮੇਵਾਰੀ ਸਾਰੀ ਚੰਦੂ ਕਹਿੰਦਾ ਮੇਰੀ ਹੋਵੇਗੀ। ਉਹਨੂੰ ਐਦਾਂ ਦਾ ਜ਼ਹਿਰੀਲਾ ਪਦਾਰਥ ਲੱਗਾ ਹੋਵੇਗਾ, ਇਤਨਾ ਜ਼ਹਿਰ ਲੱਗਾ ਹੋਵੇਗਾ, ਦੇਖਾਂਗੇ ਤੇ ਦਿਖਾਈ ਨਹੀਂ ਦੇਵੇਗਾ, ਪਰ ਉਹ ਵਸਤਰਾਂ ਨੂੰ ਛੂੰਹਦਿਆਂ ਸਤਿਗੁਰੂ ਜੀ ਦੇ ਬਦਨ ਤੇ ਜਦ ਇਹ ਵਸਤਰ ਪਹੁੰਚਣਗੇ ਤੇ ਉਸ ਜ਼ਹਿਰ ਦੇ ਨਾਲ ਹੀ ਗੁਰੂ ਮਹਾਰਾਜ ਜੀ ਇਸ ਦੁਨੀਆ ਤੋਂ ਕੂਚ ਕਰ ਜਾਣਗੇ। ਇਹ ਚੰਦੂ ਦੀ ਦੁਸ਼ਟ ਨੀਤੀ ਸੀ, ਜਿਵੇਂ ਉਹਨੇ ਚਾਹਿਆ। ਕਹਿੰਦੇ ਨੇ ਹਰਦਾਸ ਜੀ ਨੇ ਸਾਰਾ ਕੁਝ ਪੜ੍ਹਿਆ, ਚਿੱਠੀ ਉਹਦੇ ਕੋਲ ਹੈ, ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਹਾਲਾਂਕਿ ਸਤਿਗੁਰੂ ਤੇ ਜਾਣ ਹੀ ਜਾਣ ਸਨ। ਹਰਦਾਸ ਜੀ ਕਹਿਣ ਲੱਗੇ ਨੇ, ਪਾਤਸ਼ਾਹ ਤੁਹਾਡਾ ਇੱਥੇ ਆਉਣਾ ਦੁਸ਼ਟ ਚੰਦੂ ਦੀ ਦੁਰਨੀਤੀ ਕਰਕੇ ਹੈ। ਸਾਰਾ ਕੁਝ ਚੰਦੂ ਨੇ ਕੀਤਾ ਹੈ। ਤੁਹਾਡੇ ਗੁਰੂ ਪਿਤਾ ਜੀ ਨੂੰ ਵੀ ਚੰਦੂ ਨੇ ਇਸ ਤਰ੍ਹਾਂ ਤਸੀਹੇ ਦਿੱਤੇ ਨੇ। ਆ ਚਿੱਠੀ ਤੋਂ ਸਾਰੇ ਖੁਲਾਸੇ ਹੋਏ ਨੇ। ਤੇ ਹੱਸਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹਰਦਾਸ ਜੀ ਚੰਦੂ ਦਾ ਕਾਲ ਨੇੜੇ ਆ ਰਿਹਾ ਹੈ, ਚੰਦੂ ਦਾ ਅੰਤ ਨੇੜੇ ਆ ਰਿਹਾ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਜਿਵੇਂ ਕਰਤਾਰ ਕਰਦਾ ਹੈ ਉਵੇਂ ਠੀਕ ਹੁੰਦਾ ਹੈ। ਜੋ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ ਸਾਨੂੰ ਸਾਰਾ ਹੀ ਪਤਾ ਹੈ। ਚੰਦੂ ਨੇ ਜੋ ਜੋ ਗੁਰੂ ਘਰ ਦੇ ਨਾਲ ਵੈਰ ਕਮਾਇਆ ਸਾਨੂੰ ਪਤਾ ਹੈ। ਮਹਾਰਾਜ ਜੀ ਕਹਿੰਦੇ ਸਾਡਾ ਸਬੱਬ ਬਣਿਆ ਸੀ ਇੱਥੇ ਆਉਣ ਦਾ। ਚੰਦੂ ਨੂੰ ਆਪਣੀ ਕਾਰਵਾਈ ਕਰਨ ਦਿੱਤੀ ਜਾਵੇ, ਉਹਦਾ ਅੰਤ ਨੇੜੇ ਹੈ। ਹੁਣ ਸਤਿਗੁਰੂ ਕਹਿ ਰਹੇ ਨੇ ਤੇ ਇਹ ਤੇ ਅਟਲ ਹੈ। ਪ੍ਰਭ ਜੀ ਬਸ ਇਹ ਸਾਧ ਕੀ ਰਸਨਾ, ਇਹ ਤੇ ਰੱਬ ਦੇ ਬੋਲ ਹੋ ਗਏ ਨੇ ਵੀ ਹੁਣ ਉਹਦਾ ਅੰਤ ਨੇੜੇ ਹੈ ਪਾਪੀ ਦਾ। ਤੁਰੋ ਵਿਚਾਰ ਜੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਜਦੋਂ ਕਿਲੇ ਵਿੱਚ ਵਿਚਰ ਰਹੇ ਨੇ, ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਚਲੀਸੇ ਤੋਂ ਬਾਅਦ ਹੋਰ ਸਮਾਂ ਲੱਗ ਗਿਆ ਸੀ।
ਥੋੜਾ ਬਹੁਤਾ ਬਾਦਸ਼ਾਹ ਨੂੰ ਹੋਰ ਭਰਮਾ ਦਿੱਤਾ। ਥੋੜਾ ਬਹੁਤਾ ਬਾਦਸ਼ਾਹ ਨੂੰ ਗੁਰੂ ਮਹਾਰਾਜ ਜੀ ਦੀ ਪੂਰੀ ਖਬਰ ਨਹੀਂ ਪਹੁੰਚਾਈ ਗਈ ਵੀ ਉਹਨੂੰ ਚੇਤਾ ਹੀ ਭੁੱਲ ਜਾਵੇ। ਬਾਦਸ਼ਾਹ ਆਪਣੀ ਮੌਜ ਵਿੱਚ ਕੁਝ ਵਿਚਰਨ ਲੱਗ ਗਿਆ। ਹੌਲੀ ਹੌਲੀ ਜਦੋਂ 40 ਦਿਨਾਂ ਤੋਂ ਗੱਲ ਉੱਤੇ ਲੰਘ ਗਈ ਤੇ ਥੋੜਾ ਜਿਹਾ ਫਿਕਰਮੰਦ ਹੋ ਕੇ ਸਿੱਖਾਂ ਦੇ ਜਥੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਵੀ ਉੱਥੇ ਗਵਾਲੀਅਰ ਪਹੁੰਚੇ। ਪਰ ਜਿਹੜੇ ਬਾਹਰੀ ਤੌਰ ਤੇ ਜਿਹੜੇ ਬਾਹਰ ਪਹਿਰੇਦਾਰ ਲੱਗੇ ਹੋਏ ਸਨ, ਉਹਨਾਂ ਵਿੱਚੋਂ ਕੋਈ 2-4 ਚੰਦੂ ਦੇ ਖਰੀਦੇ ਹੋਏ ਵੀ ਸਨ। ਉੱਥੇ ਚੰਦੂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕੋਈ ਵੀ ਬਾਹਰਲਾ ਮਨੁੱਖ ਆ ਕੇ ਗੁਰੂ ਸਾਹਿਬ ਜੀ ਨੂੰ ਮਿਲੇ ਨਾ। ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਦੇ ਨਾਲ ਮਿਲਾਪ ਨਾ ਕਰਨ ਦਿੱਤਾ ਗਿਆ, ਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਮਿਲਣ ਨਾ ਦਿੱਤਾ ਗਿਆ। ਉਧਰ ਚੰਦੂ ਦੀ ਦੁਸ਼ਟ ਚੌਕੜੀ, ਇਹਦੇ 2-4 ਦੁਸ਼ਟ ਜਿਹੜੇ ਮਿੱਤਰ ਸਨ, ਜਿਹੜੇ ਬਾਦਸ਼ਾਹ ਦੇ ਕਰੀਬ ਹੋ ਗਏ ਵੀ ਕਿਸੇ ਵੀ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਦਸ਼ਾਹ ਕੋਲੇ ਜ਼ਿਕਰ ਹੀ ਨਾ ਹੋਵੇ, ਬਾਦਸ਼ਾਹ ਨੂੰ ਚੇਤਾ ਹੀ ਨਾ ਹੋਵੇ। ਫਿਰ ਇਤਿਹਾਸਕਾਰਾਂ ਨੇ ਜਿਵੇਂ ਲਿਖਿਆ ਹੈ, ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਮਤ ਨੇ। ਆਪਾਂ ਸਿਰਫ ਭਾਵਨਾ ਬਣਾ ਕੇ ਰੱਖਣੀ ਹੈ ਤੇ ਭਾਵ ਨੂੰ ਸਮਝਣਾ ਹੈ। ਇਤਿਹਾਸਕਾਰਾਂ ਦੇ ਮਤ ਭੇਦ ਹੋ ਸਕਦੇ ਨੇ, ਪਰ ਇਹ ਸਾਰਿਆਂ ਦੀ ਇੱਕ ਮਤ ਹੈ, ਮੇਰਾ ਸਤਿਗੁਰੂ ਇਸ ਲੋਕ ਦੇ ਬੰਧਨ ਵੀ ਕੱਟਦਾ ਹੈ ਤੇ ਪਰਲੋਕ ਦੇ ਬੰਧਨ ਵੀ ਕੱਟਦਾ ਹੈ, ਮੇਰਾ ਦਾਤਾ ਬੰਦੀ ਛੋੜ ਹੈ। ਕਹਿੰਦੇ ਨੇ ਜਦੋਂ ਚੰਦੂ ਨੂੰ ਇਸ ਤਰ੍ਹਾਂ ਚਾਲਾਂ ਚੱਲਦਿਆਂ ਹੋਇਆਂ ਹੌਲੀ ਹੌਲੀ ਸਮਾਂ ਲੰਘਣ ਲੱਗਾ, ਸਿੱਖ ਗੁਰੂ ਸਾਹਿਬ ਜੀ ਨੂੰ ਨਾ ਮਿਲੇ ਤੇ ਸਾਰੇ ਚਿੰਤਤ ਹੋ ਗਏ। ਇਧਰ ਫਿਰ ਕਵੀ ਜੀ ਕਹਿੰਦੇ ਨੇ ਕਿ ਭਾਈ ਜੇਠਾ ਜੀ, ਇਹਨਾਂ ਨੇ 1-2 ਸਿੱਖਾਂ ਨੇ ਸ਼ੇਰ ਦਾ ਰੂਪ ਧਾਰਨ ਕਰਕੇ ਬਾਦਸ਼ਾਹ ਨੂੰ ਡਰਾਇਆ ਵੀ ਸੀ। ਬਾਦਸ਼ਾਹ ਨੂੰ ਜਦੋਂ ਡਰ ਆਉਣ ਲੱਗਾ ਤੇ ਹੌਲੀ ਹੌਲੀ ਫਿਰ ਇਹ ਗਾ ਖਿਆਲ ਆਇਆ ਵੀ ਉਹ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਕੇ ਚੇਤਾ ਹੀ ਭੁੱਲ ਗਿਆ ਉਹਨਾਂ ਦਾ। ਕੁਝ ਹਵਾਲੇ ਸੂਰਜ ਪ੍ਰਕਾਸ਼ ਦੇ ਵਿੱਚੋਂ ਇਹ ਮਿਲਦੇ ਨੇ ਜਾਂ ਹੋਰ ਕੁਝ ਵਿਦਵਾਨਾਂ ਦੇ। ਸੁਰੋਹ ਵਿਚਾਰ ਜੀ ਕਹਿੰਦੇ ਨੇ, ਸਤਿਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਵਿਚਰ ਰਹੇ ਨੇ। ਜਦ ਬਾਦਸ਼ਾਹ ਨੂੰ ਫਿਰ ਕੋਈ ਤਕਲੀਫ ਹੋਈ, ਦੁਖੀ ਹੋਇਆ, ਖਿਆਲ ਆਇਆ ਪਾਤਸ਼ਾਹ ਜੀ ਦਾ, ਉਹਨੇ ਵਜ਼ੀਰ ਖਾਨ ਨੂੰ ਭੇਜਿਆ, ਸਤਿਗੁਰੂ ਮਹਾਰਾਜ ਜੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਵਜ਼ੀਰ ਖਾਨ ਵੀ ਸਤਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਰਨ ਵਾਲਾ ਸੀ। ਜਦ ਇਹ ਪਹੁੰਚਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਤਿਆਰੀ ਤੇ ਸੀ ਜਾਣ ਦੀ, ਪਰ ਵਜ੍ਹਾ ਇਹ ਸੀ ਕਿ ਉਹ 52 ਰਾਜਿਆਂ ਨੂੰ ਜਦੋਂ ਪਤਾ ਲੱਗਾ ਵੀ ਸਤਿਗੁਰੂ ਕਿਲੇ ਚੋਂ ਜਾ ਰਹੇ ਨੇ, ਕਹਿੰਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗੇ, ਉਹਨਾਂ ਦੇ ਦਿਲੀ ਧਾਹਾਂ ਨਿਕਲੀਆਂ। ਸੱਚੇ ਪਾਤਸ਼ਾਹ, ਤੁਹਾਡੇ ਆਉਣ ਦੇ ਨਾਲ ਇਹ ਜੇਲ੍ਹ ਨਹੀਂ ਰਹੀ, ਕੈਦ ਨਹੀਂ ਰਹੀ। ਹੁਣ ਤੁਸੀਂ ਚਲੇ ਜਾਵੋਗੇ, ਸਾਡੀ ਪਹਿਲਾਂ ਵਾਲੀ ਫਿਰ ਉਹੀ ਹਾਲਤ ਹੋ ਜਾਵੇਗੀ। ਇਹਦੇ ਨਾਲੋਂ ਤੇ ਮੌਤ ਚੰਗੀ ਹੈ। ਅਸੀਂ ਇੱਥੇ ਤੁਹਾਡੇ ਆਉਣ ਦੇ ਨਾਲ ਜੋ ਜੀਵਨ ਗੁਜ਼ਾਰਿਆ ਹੈ, ਇਹ ਜੀਵਨ ਸਾਨੂੰ ਦੁਬਾਰਾ ਨਹੀਂ ਮਿਲ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਫੈਸਲਾ ਕੀਤਾ, ਚਲੋ ਭਾਈ ਠੀਕ ਹੈ, ਅਸੀਂ ਦੋਨੋਂ ਟਾਈਮ ਗੁਰੂ ਨਾਨਕ ਦੇ ਗੁਣ ਗਾਏ ਨੇ, ਤੁਸੀਂ ਸਾਰੇ ਨਾਲ ਰਹੇ ਹੋ। ਮਹਾਰਾਜ ਜੀ ਕਹਿਣ ਲੱਗੇ, ਹੁਣ ਇਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਹੁਣ ਜਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ, ਨਹੀਂ ਤੇ ਫਿਰ ਅਸੀਂ ਵੀ ਨਹੀਂ ਜਾਵਾਂਗੇ। ਇਹ ਬਚਨ ਹੋਏ। ਵਜ਼ੀਰ ਖਾਂ ਵਾਪਸ ਗਿਆ, ਜਾ ਕੇ ਜਹਾਂਗੀਰ ਨੂੰ ਕਹਿਣ ਲੱਗਾ, ਪਾਤਸ਼ਾਹ ਜੀ ਨੇ ਮਨ ਬਦਲ ਲਿਆ ਏ। ਉਹ ਕਹਿ ਰਹੇ ਨੇ ਸਾਰੇ ਨਾਲ ਜਾਣਗੇ ਰਾਜੀ ਤੇ ਜਾਵਾਂਗੇ, ਨਹੀਂ ਤੇ ਅਸੀਂ ਵੀ ਗਵਾਲੀਅਰ ਦੇ ਕਿਲੇ ਚੋਂ ਨਹੀਂ ਜਾਵਾਂਗੇ। ਜਦੋਂ ਇਹ ਬਚਨ ਹੋਏ ਤੇ ਵਜ਼ੀਰ ਖਾਂ ਤੋਂ ਸਾਰੀ ਗੱਲ ਸੁਣ ਕੇ ਜਹਾਂਗੀਰ ਸੋਚੀ ਪੈ ਗਿਆ। ਆਖਰ ਉਹਨੇ ਵਜ਼ੀਰ ਖਾਨ ਦੇ ਨਾਲ ਸਲਾਹ ਕੀਤੀ ਵੀ ਬੜੀ ਮਿਹਨਤ ਦੇ ਨਾਲ, ਬੜੀ ਫੌਜ ਮਰਵਾ ਕੇ, ਬੜਾ ਨੁਕਸਾਨ ਉਠਾ ਕੇ ਮੈਂ ਇਹਨਾਂ ਨੂੰ ਕੱਲਿਆਂ ਨੂੰ ਹਰਾ ਕੇ ਇੱਥੇ ਕੈਦ ਕੀਤਾ ਏ।
ਇੰਨੀ ਆਸਾਨੀ ਦੇ ਨਾਲ ਛੱਡ ਦੇਵਾਂ ਤੇ ਇਹ ਤੇ ਬੜਾ ਔਖਾ ਹੈ। ਪਰ ਹੁਣ ਸਤਿਗੁਰੂ ਦੇ ਬਚਨ ਨਹੀਂ ਸੀ ਮੋੜੇ ਜਾ ਸਕਦੇ। ਫੈਸਲਾ ਹੋਇਆ ਕਿ ਜਿੰਨੇ ਕੁ ਸਤਿਗੁਰੂ ਦਾ ਪੱਲਾ ਫੜ ਲੈਣ ਉਹ ਚਲੇ ਜਾਣ, ਮੈਂ ਰੋਕਾਂਗਾ ਨਹੀਂ। ਹੁਣ ਇਹ ਬੇਨਤੀ ਸਤਿਗੁਰੂ ਨੂੰ ਵੀ ਕਰਦੇ ਨੇ। ਸਤਿਗੁਰੂ ਬੜੀ ਮੁਸ਼ਕਲ ਦੇ ਨਾਲ ਇਹ ਸਾਰੇ ਕੈਦ ਕੀਤੇ ਨੇ, ਬੜੀ ਫੌਜ ਮਰਵਾ ਕੇ ਸਾਰੇ ਛੱਡ ਦਈਏ, ਇਹ ਵੀ ਠੀਕ ਨਹੀਂ ਹੈ। ਮੇਰੀ ਫੌਜ ਦਾ ਵੀ ਹੌਸਲਾ ਟੁੱਟੇਗਾ ਵੀ ਅਸੀਂ ਲੜ ਮਰ ਕੇ ਇਹ ਸਾਰੇ ਗ੍ਰਿਫਤਾਰ ਕੀਤੇ। ਹਾਂ, ਜਿੰਨੇ ਤੁਹਾਡਾ ਪੱਲਾ ਪਕੜ ਲੈਣ ਉਹ ਜਾ ਸਕਦੇ ਨੇ। ਵਜੀਦ ਖਾਂ ਜਾ ਕੇ ਸਤਿਗੁਰੂ ਜੀ ਨੂੰ ਰਾਜੇ ਦੀ ਗੱਲ ਦੱਸਦਾ ਹੈ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਫੈਸਲਾ ਕਰਦੇ ਨੇ ਕਿ ਠੀਕ ਹੈ ਭਾਈ, ਜੇ ਵਜੀਦ ਖਾਂ ਜਹਾਂਗੀਰ ਬਾਦਸ਼ਾਹ ਇਹ ਚਾਹੁੰਦਾ ਹੈ ਤੇ ਸਾਨੂੰ ਇਹ ਪਰਵਾਹ ਨਹੀਂ, ਅਸੀਂ ਓਨਿਆਂ ਨੂੰ ਲੈ ਜਾਵਾਂਗੇ ਜਿਹੜੇ ਪੱਲਾ ਪਕੜ ਲੈਣ। ਕਹਿੰਦੇ ਨੇ 52 ਕਲੀਆਂ ਵਾਲਾ ਸਤਿਗੁਰੂ ਜੀ ਨੇ ਚੋਲਾ ਸਾਹਿਬ ਸਲਵਾਇਆ ਹੈ। 52 ਕਲੀਆਂ ਵਾਲਾ ਚੋਲਾ। ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ ਵੀ 50 ਕਲੀਆਂ ਵਾਲਾ ਚੋਲਾ ਸੀ। ਦੋਵਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਹੱਥ ਫੜੇ ਹੋਏ ਸਨ। ਕੁਝ ਨੇ ਇਸ ਤਰ੍ਹਾਂ ਵੀ ਦੱਸਿਆ ਹੈ ਕਿ 50 ਕਲੀਆਂ ਵਾਲਾ ਚੋਲਾ ਸੀ ਤੇ 2 ਲੜੀਆਂ ਵੱਖਰੀਆਂ ਚੋਲੇ ਨੂੰ ਤਨੀਆਂ ਲੱਗੀਆਂ ਹੋਈਆਂ, ਉਹ ਪਕੜੀਆਂ। ਚਲੋ ਭਾਵ ਇਹ ਸੀ ਕਿ ਜੇ ਉਹ 52 ਰਾਜੇ ਸੀ, 52 ਦੇ 52 ਰਾਜੇ ਹੀ ਸਤਿਗੁਰੂ ਮਹਾਰਾਜ ਜੀ ਦਾ ਪੱਲਾ ਪਕੜ ਕੇ ਉਸ ਕਿਲੇ ਚੋਂ ਰਿਹਾ ਹੋ ਕੇ ਬਾਹਰ ਆਏ। ਤੇ ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਨੇ ਰਲ ਮਿਲ ਕੇ ਬੜਾ ਉਤਸ਼ਾਹ ਮਨਾਇਆ, ਬੜਾ ਚਾਅ ਸੀ ਸੰਗਤਾਂ ਦੇ ਵਿੱਚ। ਤੇ ਜਿਸ ਵੇਲੇ ਉਹਨਾਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸਨ। ਕਹਿੰਦੇ ਨੇ ਉਸ ਦਿਨ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਆਟੇ ਦੇ ਘਰਾਂ ਵਿੱਚ ਦੀਵੇ ਬਣਾ ਕੇ ਦੇਸੀ ਘਿਓ ਦੇ ਦੀਵੇ ਜਗਾਏ ਸਨ, ਦੇਸੀ ਘਿਓ ਪਾ ਕੇ। ਉਹਦਾ ਭਾਵ ਇਹੀ ਸੀ ਕਿ ਸਚਾਈ ਦੀ ਜਿੱਤ ਹੋਈ ਹੈ, ਸਚਾਈ ਉਜਵਲ ਹੋਈ ਹੈ, ਅੰਧਕਾਰ ਦਾ ਨਾਸ ਹੋਇਆ ਹੈ। ਚੰਦੂ ਚੰਦਰੇ ਦਾ ਵੀ ਨਾਸ ਕੀਤਾ ਸੀ ਨਾ। ਸੋ ਇੱਥੇ ਕੁਝ ਵਿਦਵਾਨਾਂ ਦੇ ਮਤ ਭੇਦ ਨੇ। ਜਿਵੇਂ ਭਾਈ ਸਾਹਿਬ ਭਾਈ ਪ੍ਰੋਫੈਸਰ ਸਾਹਿਬ ਸਿੰਘ, ਉਹ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਅਗਸਤ ਦੇ ਮਹੀਨੇ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਸਨ। ਪਟਵਈਆਂ ਦੇ ਵਿੱਚ ਜਾਂ ਕਿਧਰੇ ਹੋਰ ਜ਼ਿਕਰ ਮਿਲਦਾ ਹੈ ਕਿ ਉਦੋਂ ਜਿਹੜਾ ਸਾਡੇ ਦੇਸ਼ ਦਾ ਪੁਰਾਣਾ ਸਨਾਤਨ ਮਤ ਦਾ ਇਤਿਹਾਸਕ ਦਿਹਾੜਾ ਦੀਵਾਲੀ ਹੈ, ਉਦੋਂ ਦੀਵਾਲੀ ਵਾਲਾ ਦਿਨ ਨਹੀਂ ਸੀ। ਪਰ ਬਹੁਤੇ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਉਸ ਦਿਨ ਦੀਵਾਲੀ ਵਾਲਾ ਵੀ ਦਿਨ ਸੀ। ਇਹ ਸਬਬ ਹੀ ਰਲ ਗਿਆ। ਸੋ ਆਪਾਂ ਇਸ ਗੱਲ ਤੇ ਪਹਿਰਾ ਦੇਵਾਂਗੇ ਕਿ ਸਾਰੇ ਸਿੱਖਾਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਰਿਹਾਈ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਦੀਪਮਾਲਾ ਕੀਤੀ ਸੀ। ਸੰਗਤ ਦੇ ਵਿੱਚ ਬੜਾ ਵੱਡਾ ਉਤਸ਼ਾਹ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦਾ। ਸੋ ਦੀਵੇ ਬਾਲੇ ਗਏ। ਦੀਵੇ ਬਾਲ ਕੇ ਇਹ ਜਿਤਾਇਆ ਗਿਆ ਕਿ ਪ੍ਰਕਾਸ਼ ਹੋਇਆ ਹੈ ਤੇ ਕੂੜ ਦਾ ਹਨੇਰਾ ਮਿਟ ਗਿਆ ਹੈ। ਕਿਤੇ ਨਾ ਕਿਤੇ ਇਹ ਦੀਵੇ ਇਸ ਗੱਲ ਦਾ ਵੀ ਪ੍ਰਤੀਕ ਨੇ, ਸਾਡੇ ਅੰਦਰ ਅਗਰ ਗਿਆਨ ਦਾ ਦੀਵਾ ਬਲੇਗਾ ਤੇ ਅੰਦਰੋਂ ਵਿਕਾਰਾਂ ਦਾ ਹਨੇਰਾ ਦੂਰ ਹੋਣਾ ਹੈ, ਵਰਨਾ ਨਹੀਂ। ਦੀਵਾਲੀ ਦੀ ਰਾਤ, ਦੀਪਮਾਲਾ ਦੀ ਰਾਤ, ਦੀਵਿਆਂ ਵਾਲੀ ਰਾਤ, ਪਰ ਅਸਲ ਦੀਵਾ ਸਤਿਗੁਰੂ ਦੇ ਗਿਆਨ ਦਾ ਹੈ। ਅਸਲ ਦੀਵਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰੇਮ ਦਾ ਹੈ। ਉਹ ਅਗਰ ਹਿਰਦੇ ਵਿੱਚ ਬਲੇਗਾ ਤੇ ਜੀਵਨ ਸਫਲਾ ਹੋਣਾ ਹੈ। ਸੋ ਇਸ ਪ੍ਰਕਾਰ ਇਹ ਸਾਰਾ ਇਤਿਹਾਸ ਜੋ ਆਪ ਜੀਆਂ ਨੇ ਪਿਛਲੇ ਕਈ ਦਿਨਾਂ ਤੋਂ ਲੜੀਵਾਰ ਸਰਵਨ ਕੀਤਾ ਹੈ,
ਇੱਕ ਬੇਨਤੀ ਆਖਰ ਤੇ ਜ਼ਰੂਰ ਹੈ, ਕਿਉਂਕਿ ਵਿਦਵਾਨਾਂ ਦੇ ਮਤਭੇਦ ਹੋ ਸਕਦੇ ਨੇ। ਕਈ ਵਾਰ ਆਪਾਂ ਕਹਿੰਦੇ ਆ ਜੀ ਫਲਾਣੇ ਵਿਦਵਾਨ ਤੋਂ ਮੈਂ ਸੁਣਿਆ, ਉਹਨੇ ਤੇ ਐਦਾਂ ਸੁਣਾਇਆ। ਕੋਈ ਕਹਿੰਦਾ ਜੀ ਮੈਂ ਉਹਨੂੰ ਪੜ੍ਹਿਆ, ਉਹਨੇ ਏਦਾਂ ਲਿਖਿਆ ਹੈ। ਜਿਹਦੇ ਅੰਦਰ ਭਾਵਨਾ ਹੋਵੇ ਉਹ ਅਸਲ ਭਾਵ ਨੂੰ ਸਮਝ ਜਾਂਦਾ ਹੈ। ਜਿਹਨੇ ਸਿਰਫ ਨੋਕਾ ਟੋਕੀ ਕਰਨੀ ਹੈ ਤੇ ਉਹ ਫਿਰ ਇਸ ਤਰ੍ਹਾਂ ਦੇ ਬਹਾਨੇ ਲੱਭਦਾ, ਜਿਵੇਂ ਕਹਿੰਦੇ ਨੇ ਨਾ ਕੀੜੀ ਨੂੰ ਤੇ ਵਿੱਥ ਚਾਹੀਦੀ ਹੈ। ਸੋ ਆਪਾਂ ਭਾਵਨਾ ਬਣਾ ਕਰਕੇ ਰੱਖੀਏ, ਭਾਵਨਾ ਬਣਾਈਏ। ਠੀਕ ਹੈ, ਘਰਾਂ ਵਿੱਚ ਆਪਾਂ ਦੀਪਮਾਲਾ ਕਰਦੇ ਹਾਂ, ਦੀਵੇ ਜਲਾ ਲੈਂਦੇ ਹਾਂ। ਇਹਦਾ ਇੱਕ ਵੱਡਾ ਭਾਵ ਹੈ, ਸੱਚੇ ਪਾਤਸ਼ਾਹ ਰਹਿਮਤ ਕਰ, ਗਿਆਨ ਦਾ ਦੀਵਾ ਸਾਡੇ ਅੰਦਰ ਬਲੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਆਮਦ ਤੇ ਉਹਨਾਂ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਉਣ ਤੇ ਸਾਡੇ ਅੰਦਰੋਂ ਪਾਵਨ ਗੁਰਬਾਣੀ ਦੇ ਝਰਨੇ ਫੁੱਟ ਪੈਣ। ਲਾਹਾ ਲਈਏ, ਅੰਦਰ ਗਿਆਨ ਦਾ ਦੀਵਾ ਬਾਲੀਏ। ਸੋ ਇਹ ਸਾਰਾ ਜੋ ਪਾਵਨ ਇਤਿਹਾਸ ਹੈ, ਗੁਰੂ ਮਹਾਰਾਜ ਜੀ ਕਿਰਪਾ ਕਰਨ ਜੀ। ਉਹਨਾਂ ਬਾਦਸ਼ਾਹਾਂ ਦੀ, ਉਹਨਾਂ ਰਾਜਿਆਂ ਦੀ ਬੰਦ ਖਲਾਸੀ ਕੀਤੀ ਹੈ, ਤੇ ਫਿਰ ਸਾਡੀ ਬੰਦ ਖਲਾਸੀ ਕਿਉਂ ਨਾ ਹੋਵੇਗੀ। ਗੱਲ ਸਿਰਫ ਇਤਨੀ ਹੈ, ਉਹਨਾਂ ਨੇ ਸਤਿਗੁਰੂ ਤੇ ਪੂਰੀ ਸ਼ਰਧਾ ਬਣਾ ਲਈ, ਉਹਨਾਂ ਦੀ ਭਾਵਨਾ ਬਣ ਗਈ, ਮਨ ਟਿਕ ਗਿਆ। ਅੱਜ ਸਾਨੂੰ ਵੀ ਲੋੜ ਹੈ ਸਾਡਾ ਮਨ ਗੁਰੂ ਦੇ ਬਚਨਾਂ ਤੇ ਟਿਕ ਜਾਵੇ, ਸਾਡੇ ਮਨ ਵਿੱਚ ਪ੍ਰਤੀਤ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਧਰ ਵਿਸ਼ਵਾਸ ਬੱਝਾ, ਇਧਰ ਤਤ ਛਿਨ ਸਾਰਾ ਗਿਆਨ ਹੋ ਜਾਂਦਾ ਹੈ। ਦੀਵਾ ਬਲੇ ਅੰਧੇਰਾ ਜਾਏ। ਸਤਿਗੁਰੂ ਕਿਰਪਾ ਕਰਨ, ਸਾਡੇ ਅੰਦਰ ਗਿਆਨ ਦਾ ਦੀਵਾ ਬਲੇ, ਸਾਡੇ ਅੰਦਰ ਗਿਆਨ ਦਾ ਦੀਵਾ ਬਲੇ। ਇਹਦਾ ਹੀ ਸਾਨੂੰ ਸਦੀਵੀ ਲਾਹਾ ਹੋਣਾ ਹੈ। ਸੋ ਭੁੱਲਾਂ ਚੁੱਕਾਂ ਦੀ ਸ਼ਾਮਾ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਦਾ ਹੀ ਉਹਨਾਂ ਨੂੰ ਆਪਾਂ ਬੰਦੀ ਛੋੜ ਦਾਤਾ ਕਹਿੰਦੇ ਆ, ਬੰਧਨਾਂ ਤੋਂ ਮੁਕਤ ਕਰਨ ਵਾਲੇ ਨੇ। ਆਪਣੀ ਵੀ ਬੰਦ ਖਲਾਸੀ ਹੋ ਜਾਵੇਗੀ। ਗੁਰੂ ਸਾਹਿਬ ਜੀ ਦੇ ਬਚਨਾਂ ਤੇ ਆਪਾਂ ਪੂਰਨ ਤੌਰ ਤੇ ਭਾਵਨਾ ਦੇ ਨਾਲ ਖਰੇ ਉਤਰੀਏ। ਸਤਿਗੁਰੂ ਨੂੰ ਆਪਾਂ ਬਹੁਤਾ ਕੀ ਦੇਵਾ, ਆਪਾਂ ਤੇ ਸਭ ਕੁਝ ਗੁਰੂ ਤੋਂ ਲੈਨੇ ਆ। ਇੱਕ ਨਿੱਕੀ ਜੀ ਜੁਗਤੀ ਹੈ, ਮਹਾਰਾਜ ਜੀ ਕਹਿੰਦੇ ਇੱਕ ਵਸਤੂ ਹੈ ਜਿਹੜੀ ਤੂੰ ਗੁਰੂ ਨੂੰ ਦੇ, ਬਦਲੇ ਵਿੱਚ ਚਾਹੇ ਜੋ ਮਰਜ਼ੀ ਹਾਸਲ ਕਰ ਲੈ। ਹੈਰਾਨ ਹੋ ਜਾਈਦਾ ਵੀ ਸਾਡੇ ਕੋਲੇ ਕੋਈ ਵਸਤੂ ਹੈ ਜਿਹੜੀ ਅਸੀਂ ਗੁਰੂ ਨੂੰ ਦਈਏ। ਹਾਂ, ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤੇਰਾ ਮਨ ਹੈ ਨਾ, ਕਦੇ ਕਿਤੇ ਭਟਕਦਾ ਹੈ, ਕਦੇ ਕਿਤੇ ਭਟਕਦਾ ਹੈ, ਕਦੇ ਕਿਸੇ ਪਾਸੇ ਗਲਤਾਨ ਹੋ ਜਾਂਦਾ ਹੈ, ਤੂੰ ਇਹ ਗੁਰੂ ਨੂੰ ਦੇ ਦੇ, ਇਹ ਤੈਨੂੰ ਪਟਦਾ ਹੈ। ਮਨ ਗੁਰੂ ਦਾ ਹੋ ਗਿਆ, ਸਵਰ ਜਾਵੇਗਾ। ਮਨ ਵੇਚੈ ਸਤਿਗੁਰ ਕੈ ਪਾਸ, ਇਹ ਗੁਰੂ ਨੂੰ ਵੇਚ ਦੇ। ਜਦੋਂ ਮਨ ਗੁਰੂ ਦਾ ਹੋ ਗਿਆ ਨਾ, ਕਦੇ ਵੀ ਇਹਦੇ ਵਿੱਚੋਂ ਅਸ਼ਰਧਾ ਨਹੀਂ ਆਵੇਗੀ। ਜਦੋਂ ਮਨ ਗੁਰੂ ਦਾ ਹੋ ਗਿਆ, ਕਦੇ ਵੀ ਕਿਸੇ ਨੂੰ ਕੌੜਾ ਨਹੀਂ ਬੋਲਾਂਗੇ, ਕਿਉਂ ਗੁਰੂ ਦੇ ਮਨ ਚੋਂ ਕੌੜੇ ਬੋਲ ਥੋੜੀ ਆਉਣਗੇ। ਮਨ ਗੁਰੂ ਦਾ ਹੋ ਗਿਆ, ਕਦੇ ਵੀ ਨਿੰਦਿਆ, ਈਰਖਾ, ਚੁਗਲੀ ਨਹੀਂ ਕਰਾਂਗੇ। ਲੋੜ ਹੈ ਅੱਜ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਇਹ ਮਨ ਗੁਰੂ ਨੂੰ ਅਰਪਣ ਕਰ ਦਈਏ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ। ਸਾਡਾ ਸਾਰਿਆਂ ਦਾ ਇਤਨੇ ਦਿਨਾਂ ਦਾ ਗਾਵਿਆ ਸੁਣਿਆ ਥਾਂ ਪਵੇ। ਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਰਹੀਏ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਹੋਈ ਸਾਰੀ ਸੰਗਤ ਦਾ ਧੰਨਵਾਦ। ਬੜਿਆਂ ਗੁਰਸਿੱਖਾਂ ਦੇ ਗੁਰੂ ਸਵਾਰਿਆਂ ਦੇ ਸਾਡੇ ਚੈਨਲ ਤੇ ਮੈਸੇਜ ਵੀ ਆਉਂਦੇ ਰਹੇ। ਸਾਰਿਆਂ ਨੇ ਸਾਡਾ ਹੌਸਲਾ ਵੀ ਵਧਾਇਆ। ਇੱਕ ਨਿਮਾਣਾ ਜਿਹਾ ਇਹ ਯਤਨ ਕੀਤਾ ਗਿਆ ਸੀ ਕਿ ਇਹ ਪਾਵਨ ਇਤਿਹਾਸ ਦੀ ਕਥਾ ਜੋ ਹੈ ਉਹ ਸਾਡੇ ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਕੋਲ ਵੀ ਪਹੁੰਚੇ। ਸੋ ਜਿਨ੍ਹਾਂ ਨੇ ਭਾਵਨਾ ਦੇ ਨਾਲ ਸੁਣਿਆ, ਸਾਨੂੰ ਹੋਰ ਪ੍ਰੇਰਿਤ ਕੀਤਾ, ਸਭ ਦਾ ਹੀ ਧੰਨਵਾਦ। ਸਭ ਨੂੰ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਜੀ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਹੋਰ ਜੋ ਇਤਿਹਾਸਕ ਦਿਹਾੜੇ ਆਉਂਦੇ ਨੇ, ਸਮੇਂ-ਸਮੇਂ ਤੇ ਉਹਨਾਂ ਇਤਿਹਾਸਕ ਦਿਹਾੜਿਆਂ ਦੇ ਜੋ ਵੀ ਪਾਵਨ ਇਤਿਹਾਸ ਹੈ ਉਹ ਆਪਾਂ
ਸਾਡੀ ਇਸ YouTube ਚੈਨਲ ਦੇ ਰਾਹੀਂ ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਦੇ ਰਾਹੀਂ ਆਪਾਂ ਉਹ ਇਤਿਹਾਸਕ ਵਾਰਤਾਵਾਂ ਸਾਂਝੀਆਂ ਕਰਦੇ ਰਹਾਂਗੇ ਜੀ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ क्षमा, ਪਿਆਰ ਦੇ ਨਾਲ ਸਾਰੀ ਸੰਗਤ ਅਸੀਸ ਦਿਓ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।